ਇੱਕ ਸ਼ਹਿਰ ਭਾਦਪੁਰ ਸੀ। ਉਸ ਵਿੱਚ ਇੱਕ ਸੇਠ ਕਰਮਚੰਦ ਰਹਿੰਦਾ ਸੀ। ਉਸ ਦੇ 7 ਪੁੱਤਰ ਸਨ ਤੇ ਉਹ ਬੜੇ ਹੀ ਸੁੰਦਰ ਸਨ। ਉਸੇ ਸੇਠ ਦੇ ਘਰ ਇੱਕ ਅਜਿਹਾ ਪੁੱਤਰ ਜੰਮਿਆ ਜੋ ਦਿਓ ਵਾਂਗ ਸੀ ਤੇ ਉਸਨੇ ਆਪਣੇ ਭਰਾਵਾਂ, ਭਰਜਾਈਆਂ ਤੇ ਸਠਾਣੀ ਆਦਿਕ ਨੂੰ ਮਾਰ ਦਿੱਤਾ ਸੀ। ਪਰ ਸਾਰਿਆਂ ਤੋਂ ਛੋਟੇ ਭਰਾ ਦੀ ਵਹੁਟੀ ਨੂੰ ਨਾ ਮਾਰਿਆ, ਕਿਉਂਕਿ ਉਹ ਭਾਗਵਾਨ ਸੀ ਅਤੇ ਉਹ ਇਸ ਗੱਲ ਤੋਂ ਡਰਦੀ ਪਹਿਲਾਂ ਹੀ ਆਪਣੇ ਪੇਕੇ ਘਰ ਗਈ ਹੋਈ ਸੀ। ਕਹਿੰਦੇ ਹਨ ਕਿ ਕੁਝ ਚਿਰ ਪਿੱਛੋਂ ਉਸ ਨੂੰ ਇੱਕ ਪੁੱਤਰ ਜੰਮਿਆ। ਜਦ ਉਹ ਕੁਝ ਵੱਡਾ ਹੋਇਆ ਤੇ ਉਮਰ ਉਸਦੀ 10-12 ਸਾਲ ਦੀ ਹੋ ਗਈ ਤੇ ਆਪਣੇ ਹਾਣ ਦੇ ਮੁੰਡਿਆਂ ਨਾਲ ਖੇਡਦਾ ਹੁੰਦਾ ਸੀ। ਕਿਸੇ ਮੁੰਡੇ ਨੇ ਉਸ ਨੂੰ ਕਿਹਾ ਕਿ ਤੂੰ ਸਾਡੇ ਵਿੱਚ ਖੇਡਣ ਦੇ ਲਾਇਕ ਨਹੀਂ, ਕਿਉਂਕਿ ਤੂੰ ਬੇਗੈਰਤ ਹੈ, ਆਪਣੇ ਨਾਨਕਿਆਂ ਦੇ ਘਰ ਰੋਟੀਆਂ ਭੰਨਦਾ ਹੈ। ਇਹ ਮਿਹਣਾ ਸੁਣ ਕੇ ਮੁੰਡੇ ਨੂੰ ਬੜਾ ਗੁੱਸਾ ਆਇਆ। ਝੱਟ ਆਪਣੀ ਮਾਂ ਕੋ ਆ ਕੇ ਕਹਿਣ ਲੱਗਾ ਕਿ ਸੱਚ ਦੱਸ, ਸਾਡਾ ਘਰ ਕਿੱਥੇ ਹੈ? ਅਸੀਂ ਕਿੱਥੇ ਦੇ ਰਹਿਣ ਵਾਲੇ ਹਾਂ? ਅੱਗੋਂ ਉਸ ਦੀ ਮਾਤਾ ਨੇ ਕਿਹਾ ਕਿ ਅਸੀਂ ਇੱਥੇ ਹੀ ਰਹਿੰਦੇ ਹਾਂ। ਉਸ ਦੇ ਮਾਪਿਆਂ ਨੇ ਵੀ ਸਮਝਾਇਆ, ਪਰ ਲੜਕਾ ਜਿੱਦ ਤੇ ਸੀ ਤੇ ਕਿੱਥੇ ਸਮਝੇ, ਜ਼ਹਿਰ ਖਾਣ ਨੂੰ ਤਿਆਰ ਹੋ ਗਿਆ। ਉਸ ਦੀ ਮਾਂ ਨੇ ਲਾਚਾਰ ਹੋ ਕੇ ਸਾਰਾ ਕਿੱਸਾ ਸੁਣਾਇਆ, ਦਿਓ ਦੇ ਪੈਦਾ ਹੋਣ ਦਾ ਤੇ ਸਾਰਿਆਂ ਨੂੰ ਮਾਰਨ ਤੇ ਆਪਣੇ ਪੇਕੇ ਘਰ ਆਉਣ ਦਾ ਕਾਰਨ ਦੱਸਿਆ ਤੇ ਕਿਹਾ ਭਰਤਪੁਰ ਸ਼ਹਿਰ ਵਿੱਚ ਰਹਿੰਦਾ ਸੀ ਕਿ ਜਿੱਥੇ ਹੁਣ ਦਿਓ ਰਹਿੰਦਾ ਹੈ। ਹੁਣ ਤੱਕ ਡਰ ਨਾਲ ਮੈਂ ਤੈਨੂੰ ਨਹੀਂ ਕਿਹਾ। ਮਾਂ ਦੀ ਇਹ ਗੱਲ ਸੁਣ ਕੇ ਮਕਾਨ ਦੀ ਕੁੰਜੀ ਲੈ ਕੇ ਤੁਰ ਪਿਆ। ਕਹਿੰਦੇ ਹਨ ਕਿ ਮਾਪਿਆਂ ਨੇ ਬਥੇਰਾ ਲੜਕੇ ਨੂੰ ਸਮਝਾਇਆ, ਪਰ ਉਸਨੇ ਕੁਝ ਖਿਆਲ ਨਾ ਕੀਤਾ ਅਤੇ ਆਪਣੇ ਮਾਤਾ ਪਿਤਾ ਦਾ ਪ੍ਰੇਮ ਦਿਲੋਂ ਹਟਾ ਕੇ ਭਰਤਪੁਰ ਨੂੰ ਟੁਰ ਪਿਆ। ਜਦ ਭਰਤਪੁਰ ਪਹੁੰਚਿਆ ਅਤੇ ਮਕਾਨ ਦਾ ਪਤਾ ਕੀਤਾ ਤੇ ਅੰਦਰ ਗਿਆ ਅਤੇ ਆਪਣੇ ਘਰ ਨੂੰ ਖੋਲ੍ਹਿਆ ਤੇ ਉਸ ਵਿੱਚ ਦਿਓ ਦਾ ਇੰਤਜ਼ਾਰ ਕਰਨ ਲੱਗਾ। ਕਹਿੰਦੇ ਹਨ ਉਸ ਵੇਲੇ ਦਿਓ ਘਰ ਨਹੀਂ ਸੀ। ਜਦ ਕੁਝ ਦੇਰ ਪਿੱਛੋਂ ਆਇਆ ਅਤੇ ਉਸ ਲੜਕੇ ਨੂੰ ਦੇਖਿਆ ਤੇ ਬੜਾ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਤੂੰ ਇਸ ਘਰ ਵਿੱਚ ਕਿਉਂ ਆਇਆ ਹੈ? ਚਲਾ ਜਾ, ਨਹੀਂ ਤਾਂ ਮੈਂ ਤੈਨੂੰ ਖਾ ਜਾਵਾਂਗਾ। ਲੜਕਾ ਬੋਲਿਆ ਕਿ ਹੇ ਦਿਓ, ਜੇਕਰ ਤੂੰ ਮੈਨੂੰ ਨਾ ਮਾਰੇ, ਮੈਂ ਤੈਨੂੰ ਚੰਗੇ ਚੰਗੇ ਖਾਣੇ ਬਣਾ ਕੇ ਖਿਲਾਇਆ ਕਰਾਂਗਾ। ਤਾਂ ਦਿਓ ਨੇ ਮੰਨ ਲਿਆ। ਇਸ ਤਰ੍ਹਾਂ ਉਹ ਲੜਕਾ ਰੋਜ਼ ਦਿਓ ਨੂੰ ਖਾਣੇ ਖਿਲਾਉਣ ਲੱਗਾ ਤੇ ਉਸ ਮਕਾਨ ਵਿੱਚ ਰਹਿਣ ਲੱਗਾ। ਇੱਕ ਦਿਨ ਦੀ ਗੱਲ ਹੈ ਕਿ ਲੜਕਾ ਦਿਓ ਨੂੰ ਪੁੱਛਣ ਲੱਗਾ ਕਿ ਤੂੰ ਰੋਜ਼ ਕਿੱਥੇ ਜਾਂਦਾ ਹੈ? ਦਿਓ ਬੋਲਿਆ, ਮੈਂ ਵਿਧਾਤਾ ਦੀ ਕਚਹਿਰੀ ਵਿੱਚ ਜਾਂਦਾ ਹਾਂ। ਤਾਂ ਲੜਕੇ ਨੇ ਕਿਹਾ ਕਿ ਤੁਸੀਂ ਅੱਜ ਪਤਾ ਕਰਨਾ ਕਿ ਮੇਰੀ ਉਮਰ ਕਿਤਨੀ ਹੈ। ਦੂਜੇ ਦਿਨ ਜਦ ਦਿਓ ਕਚਹਿਰੀ ਗਿਆ ਤੇ ਪੁੱਛਿਆ ਕਿ ਮੇਰੇ ਘਰ ਵਿੱਚ ਇੱਕ ਲੜਕਾ ਹੈ, ਉਸ ਦੀ ਉਮਰ ਕਿਤਨੀ ਹੈ? ਤਾਂ ਉੱਥੋਂ ਜਵਾਬ ਮਿਲਿਆ ਕਿ 70 ਸਾਲ। ਕਹਿੰਦੇ ਹਨ ਦਿਓ ਨੇ ਕਿਹਾ ਕਿ ਹੇ ਲੜਕੇ, ਤੇਰੀ ਉਮਰ 70 ਸਾਲ ਹੈ। ਲੜਕਾ ਬੋਲਿਆ ਕਿ ਕੱਲ ਤੁਸੀਂ ਕਹਿਣਾ ਕਿ ਉਸ ਦੀ ਉਮਰ 1 ਵਰ੍ਹਾ ਘਟਾ ਦਿਓ ਜਾਂ 1 ਵਰ੍ਹਾ ਵਧਾ ਦਿਓ। ਦਿਓ ਨੇ ਕਿਹਾ ਕਿ ਕੱਲ ਪੁੱਛਾਵਾਂਗਾ। ਜਦ ਰੋਜ਼ ਦੇ ਵਤੀਰੇ ਅਨੁਸਾਰ ਦਿਓ ਕਚਹਿਰੀ ਵਿੱਚ ਗਿਆ ਤੇ ਪੁੱਛਿਆ ਤਾਂ ਜਵਾਬ ਮਿਲਿਆ, ਜੋ ਉਮਰ ਪਹਿਲੇ ਦਿਨ ਤੋਂ ਲਿਖੀ ਗਈ ਹੈ ਉਸ ਵਿੱਚ ਘਾਟਾ ਵਾਧਾ ਨਹੀਂ ਹੋ ਸਕਦਾ। ਦਿਓ ਨੇ ਸਾਰਾ ਹਾਲ ਲੜਕੇ ਨੂੰ ਆ ਕੇ ਕਿਹਾ ਤਾਂ ਲੜਕੇ ਨੇ ਦਿਲ ਵਿੱਚ ਸੋਚਿਆ, ਜਦ ਪਰਮੇਸ਼ਵਰ ਨੇ ਆਪ ਉਮਰ ਪੂਰੀ ਲਿਖੀ ਹੈ ਤਾਂ ਪ੍ਰੇਤ ਮੈਨੂੰ ਕਿਵੇਂ ਮਾਰ ਸਕਦਾ ਹੈ? ਕਹਿੰਦੇ ਹਨ ਕਿ ਦਿਓ ਨੇ ਰੋਜ਼ ਵਾਂਗ ਖਾਣਾ ਮੰਗਿਆ। ਲੜਕੇ ਨੇ ਨਾ ਕੀਤੀ ਤਾਂ ਦਿਓ ਨੂੰ ਗੁੱਸਾ ਆਇਆ ਤੇ ਕਹਿਣ ਲੱਗਾ ਕਿ ਮੈਂ ਤੈਨੂੰ ਖਾਵਾਂਗਾ। ਤਾਂ ਲੜਕੇ ਨੇ ਇੱਕ ਬਲਦੀ ਹੋਈ ਲੱਕੜੀ ਉਸ ਨੂੰ ਮਾਰੀ ਤੇ ਕਿਹਾ, ਜਦ ਪਰਮੇਸ਼ਵਰ ਨੇ ਮੇਰੀ ਉਮਰ ਪੂਰੀ ਲਿਖ ਦਿੱਤੀ ਹੈ ਤਾਂ ਤੂੰ ਮੈਨੂੰ ਕਿਸ ਤਰ੍ਹਾਂ ਖਾਵੇਂਗਾ? ਦਿਓ ਡਰ ਕੇ ਨੱਸ ਗਿਆ। ਫੇਰ ਉਸ ਘਰ ਵਿੱਚ ਕਦੇ ਨਹੀਂ ਆਇਆ। ਕਿੱਸਾ ਕਿ ਉਹ ਲੜਕਾ ਆਪਣੀ ਮਾਂ, ਭੈਣ ਨੂੰ ਲੈ ਕੇ ਆਪਣੇ ਵਤਨ ਤੇ ਆਪਣੇ ਘਰ ਵਿੱਚ ਰਹਿਣ ਲੱਗਾ ਅਤੇ ਕਈ ਕਾਰਖਾਨੇ ਜਿਹੜੇ ਪਹਿਲੇ ਸਨ ਚਾਲੂ ਹੋ ਗਏ। ਚੰਦਰਵਤੀ ਆਪਣੇ ਪਿਤਾ ਨੂੰ ਕਹਿਣ ਲੱਗੀ ਕਿ ਜੋ ਈਸ਼ਵਰ ਨੇ ਮੇਰੀ ਕਿਸਮਤ ਵਿੱਚ ਸ਼ੁਰੂ ਤੋਂ ਲਿਖ ਦਿੱਤਾ ਹੈ ਉਹੀ ਹੁੰਦਾ ਹੈ। ਆਪ ਦਾ ਫਿਕਰ ਕਰਨਾ ਵਿਅਰਥ ਹੈ। ਹਾਂ, ਇਹ ਤਰਕੀਬ ਕਰੀਏ ਕਿ ਇੱਕ ਇਸ਼ਤਿਹਾਰ ਦਈਏ ਜਿਸ ਵਿੱਚ ਇਹ ਲਿਖਿਆ ਹੋਵੇ ਕਿ ਮੇਰੀ ਲੜਕੀ ਪ੍ਰਸ਼ਨ ਕਰਨਾ ਚਾਹੁੰਦੀ ਹੈ। ਜੇ ਕੋਈ ਉਹਨਾਂ ਦਾ ਜਵਾਬ ਦੇਵੇਗਾ ਉਸ ਨੂੰ 1 ਲੱਖ ਰੁਪਇਆ ਇਨਾਮ ਦਿੱਤਾ ਜਾਵੇਗਾ। ਚੰਦਰਵਤੀ ਦੇ ਪਿਤਾ ਨੇ ਜਗ੍ਹਾ ਜਗ੍ਹਾ ਇਸ਼ਤਿਹਾਰ ਲਿਖਵਾ ਦਿੱਤੇ, ਜਿਨ੍ਹਾਂ ਨੂੰ ਦੇਖ ਕੇ ਬੜੇ ਬੜੇ ਅਕਲ ਵਾਲੇ ਆਉਣੇ ਸ਼ੁਰੂ ਹੋ ਗਏ। ਚੰਦਰਵਤੀ ਆਪਣੇ ਕੋਲ ਬਹਾ ਕੇ ਪੰਡਤਾਂ ਨੂੰ ਇੱਕ ਸਵਾਲ ਕਰਦੀ ਹੈ ਕਿ ਜਦ ਮੇਰਾ ਵਿਆਹ ਹੋਇਆ, ਦਿਨ ਚੜ੍ਹਿਆ, ਮੇਰੇ ਪਤੀ ਨੂੰ ਭੁੱਖ ਲੱਗੀ ਹੈ,
हे पंडित, उस तो अगे की होया? ਇਹ ਸਵਾਲ ਚੰਦਰਵਤੀ ਦੇ ਸੁਣ ਕੇ ਸਭ ਹੈਰਾਨ ਹੋ ਗਏ ਤੇ ਚੁੱਪ ਹੋ ਗਏ ਅਤੇ ਕਈਆਂ ਨੇ ਆਪਣੀ ਆਪਣੀ ਅਕਲ ਅਨੁਸਾਰ ਜਵਾਬ ਵੀ ਦਿੱਤੇ, ਪਰ ਚੰਦਰਵਤੀ ਦੇ ਮਤਲਬ ਨੂੰ ਕੋਈ ਨਾ ਪਹੁੰਚਿਆ। ਆਖਰਕਾਰ ਇੱਕ ਮੋਰ ਉਹਨਾਂ ਨੂੰ ਦੇਖ ਕੇ ਵਿਦਾ ਕੀਤਾ। ਮੈਨਾ ਬੋਲੀ, ਹੇ ਤੋਤੇ। ਇਸ ਤਰ੍ਹਾਂ ਹਰ ਇੱਕ ਅੱਗੇ ਪ੍ਰਸ਼ਨ ਕਰਦਿਆਂ ਉਸ ਨੂੰ ਮੁੱਦਤ ਗੁਜ਼ਰ ਗਈ। ਇੱਕ ਦਿਨ ਦੀ ਗੱਲ ਹੈ ਕਿ ਸ਼ਿਵਦੱਤ ਨੇ ਵੀ ਲੋਕਾਂ ਤੋਂ ਸੁਣਿਆ ਕਿ ਚੰਦਰਵਤੀ ਰਾਣੀ ਇੱਕ ਪ੍ਰਸ਼ਨ ਕਰਦੀ ਹੈ ਤੇ ਜੇ ਕੋਈ ਉਸ ਦਾ ਜਵਾਬ ਦੇਵੇਗਾ ਉਸ ਨੂੰ 1 ਲੱਖ ਰੁਪਈਆ ਦੇਵੇਗੀ ਤੇ ਜਿਸ ਨੂੰ ਜਵਾਬ ਨਾ ਆਵੇ 1 ਮੋਹਰ ਦਿੰਦੀ ਹੈ। ਸ਼ਿਵਦੱਤ ਵਿੱਦਿਆ ਵਿੱਚ ਬਹੁਤ ਹੁਸ਼ਿਆਰ ਸੀ। ਉਹ ਵੀ ਉੱਥੇ ਗਿਆ ਤਾਂ ਚੰਦਰਵਤੀ ਨੇ ਉਸ ਨੂੰ ਆਪਣੇ ਪਿਤਾ ਨੂੰ ਪਾਸ ਬਿਠਾ ਕੇ ਉਹੀ ਸਵਾਲ ਕੀਤੇ ਤੇ ਉਸ ਨੂੰ ਉਸ ਰਾਤ ਦੀ ਗੱਲ ਯਾਦ ਆਈ। ਚੰਦਰਵਤੀ ਨੂੰ ਕਹਿਣ ਲੱਗਾ ਕਿ ਹੇ ਰਾਣੀ, ਤੂੰ ਅੱਧਾ ਹਾਲ ਕਹਿੰਦੀ ਹੈ, ਮੈਂ ਤੈਨੂੰ ਪੂਰਾ ਹਾਲ ਸੁਣਾਉਂਦਾ ਹਾਂ। ਜਾਂ ਸ਼ਿਵਦੱਤ ਨੇ ਸਾਰਾ ਹਾਲ ਸੁਣਾਇਆ ਤਾਂ ਚੰਦਰਵਤੀ ਇਹ ਸੁਣ ਕੇ ਆਪਣੇ ਪਿਤਾ ਨੂੰ ਕਹਿਣ ਲੱਗੀ ਕਿ ਇਹ ਮੇਰਾ ਖਾਵੰਦ ਹੈ। ਸ਼ਿਵਦੱਤ ਦੀ ਵੱਡੀ ਖਾਤਰ ਹੋਣ ਲੱਗੀ। ਖੁਸ਼ੀ ਦੇ ਵਾਜੇ ਵੱਜਣ ਲੱਗੇ। ਕਿੱਸਾ ਕਿ ਚੰਦਰਵਤੀ ਆਪਣੇ ਖਾਵੰਦ ਸ਼ਿਵਦੱਤ ਦੀ ਬੜੀ ਖਾਤਰ ਕਰਨ ਲੱਗੀ ਅਤੇ ਦੋਵੇਂ ਖੁਸ਼ੀ ਨਾਲ ਰਹਿਣ ਲੱਗੇ। ਇਸੇ ਤਰ੍ਹਾਂ ਰਹਿੰਦਿਆਂ ਬਹੁਤ ਮੁੱਦਤ ਹੋ ਗਈ ਤਾਂ ਸ਼ਿਵਦੱਤ ਦੇ ਦਿਲ ਵਿੱਚ ਖਿਆਲ ਆਇਆ ਕਿ ਵਤਨ ਨੂੰ ਜਾਣਾ ਚਾਹੀਦਾ ਹੈ। ਮਾਤਾ ਪਿਤਾ ਨੂੰ ਦੇਖੇ ਬਹੁਤ ਮੁੱਦਤ ਹੋ ਗਈ ਹੈ। ਜਾਣਾ ਤਾਂ ਸੌਖਾ ਹੈ, ਪਰ ਮੁਸ਼ਕਿਲ ਇਹ ਹੈ ਮੇਰੇ ਅੱਗੇ ਵੀ ਇਸਤਰੀ ਹੈ। ਦੂਜਾ, ਮਾਤਾ ਪਿਤਾ ਆਖਣਗੇ ਕਿ ਖੱਤਰੀ ਦੀ ਧੀ ਵਿਆਹ ਲਿਆਇਆ ਹੈ ਤੇ ਜੇ ਇਸ ਨੂੰ ਨਾ ਲੈ ਜਾਵਾਂ ਇਹ ਆਪ ਪਤਾ ਲਗਾ ਕੇ ਮੇਰੇ ਕੋਲ ਆ ਜਾਵੇਗੀ। ਇਸ ਲਈ ਇਸ ਨੂੰ ਮਾਰ ਕੇ ਜਾਣਾ ਚਾਹੀਏ, ਨਹੀਂ ਤਾਂ ਲੈ ਗਿਆ ਤਾਂ ਮੈਨੂੰ ਕੌਮ ਨਾਲੋਂ ਨਖੇੜ ਦੇਣਗੇ। ਕਿੱਸਾ ਕਿ ਸ਼ਿਵਦੱਤ ਨੇ ਚੰਦਰਵਤੀ ਨੂੰ ਕਤਲ ਕਰਵਾ ਦਿੱਤਾ ਅਤੇ ਆਪ ਬਹੁਤ ਸਾਰਾ ਧਨ ਲੈ ਕੇ ਵਤਨ ਨੂੰ ਟੁਰ ਪਿਆ। ਮੈਨਾ ਬੋਲੀ, ਹੇ ਤੋਤੇ, ਜ਼ਰਾ ਸਿਰ ਉੱਪਰ ਚੁੱਕ ਕੇ ਮੇਰੀ ਗੱਲ ਦਾ ਜਵਾਬ ਦੇ। ਦੇਖਿਆ ਕਿਸ ਤਰ੍ਹਾਂ ਸ਼ਿਵਦੱਤ ਨੇ ਚੰਦਰਵਤੀ ਨੂੰ ਕਤਲ ਕਰਵਾ ਦਿੱਤਾ ਤੇ ਉਹ ਕਿਸ ਤਰ੍ਹਾਂ ਉਸ ਨੂੰ ਪਿਆਰ ਕਰਦੀ ਸੀ। ਤੋਤਾ ਬੋਲਿਆ, ਹੇ ਮੈਨਾ, ਕਈ ਕਹਾਣੀਆਂ ਇਸਤਰੀਆਂ ਦੀਆਂ ਮੈਨੂੰ ਯਾਦ ਹਨ। ਇਸ ਦਾ ਜਵਾਬ ਹੁਣ ਮੈਂ ਤੈਨੂੰ ਦਿੰਦਾ ਹਾਂ, ਸੁਣ। ਤੋਤਾ ਬੋਲਿਆ, ਹੇ ਮੈਨਾ, ਇੱਕ ਗੰਜ ਸ਼ਹਿਰ ਸੀ। ਉਸ ਵਿੱਚ ਵਿਸ਼ਵਾਪਤੀ ਰਾਜਾ ਰਾਜ ਕਰਦਾ ਸੀ ਤੇ ਉਸ ਦੀ ਰਾਣੀ ਦਾ ਨਾਂ ਚੰਦਰਪ੍ਰਭਾ ਸੀ। ਉਹ ਬੜੀ ਨੇਕ ਤੇ ਅਕਲ ਵਾਲੀ ਸੀ। ਇੱਕ ਦਿਨ ਦੀ ਗੱਲ ਹੈ, ਉੱਥੋਂ ਇੱਕ ਬ੍ਰਾਹਮਣ ਆਇਆ ਤੇ ਉਸਨੇ 2 ਕਾਗਜ਼ ਦਿੱਤੇ। ਪਹਿਲੇ ਵਿੱਚ ਲਿਖਿਆ ਸੀ, ਵੈਰੀ ਕੇ ਸਤਕਾਰ ਫਲ ਕਰੇ ਪੁਰਸ਼ ਜੋ ਹੋਏ, ਤਾਪੇ ਹਿਮਾ ਦੁਰਜ ਕਰੇ ਕੈਸੋਂ ਹੀ ਸੱਟ ਹੋਏ। ਵਿਸ਼ਵਾਪਤੀ ਰਾਜੇ ਨੇ ਉਹ ਦੋਵੇਂ ਕਾਗਜ਼ ਲੈ ਕੇ ਜੇਬ ਵਿੱਚ ਰੱਖ ਲਏ ਅਤੇ ਰੁਪਏ ਦੇ ਕੇ ਬ੍ਰਾਹਮਣ ਨੂੰ ਵਿਦਾ ਕੀਤਾ। ਜਦ ਕੁਝ ਮੁੱਦਤ ਬੀਤ ਗਈ, ਕਹਿੰਦੇ ਹਨ ਕਿ ਬੈਠਿਆਂ ਉਸ ਦੇ ਦਿਲ ਵਿੱਚ ਕੁਝ ਖਿਆਲ ਆਇਆ ਕਿ ਇਸ ਕਾਗਜ਼ ਨੂੰ ਦੇਖਣਾ ਚਾਹੀਏ ਕਿ ਠੀਕ ਵੀ ਹੈ। ਰੋਜ਼ ਦੀ ਤਰ੍ਹਾਂ ਆਪਣੇ ਮਹਿਲ ਵਿੱਚ ਗਿਆ। ਫਿਕਰ ਕਰਨ ਲੱਗਾ ਕਿ ਇਤਨੇ ਵਿੱਚ ਰੋਣ ਦੀ ਆਵਾਜ਼ ਸੁਣੀ। ਦੇਖਿਆ ਤਾਂ ਇੱਕ ਬੁੱਢੀ ਰੋਂਦੀ ਤੇ ਫਰਿਆਦ ਕਰ ਰਹੀ ਹੈ। ਇਹ ਦੇਖ ਦਿਲ ਵਿੱਚ ਬੜੀ ਗੈਰਤ ਆਈ ਕਿ ਮੇਰੇ ਰਾਜ ਵਿੱਚ ਅਜਿਹੇ ਦੁਖੀ ਵੀ ਹਨ। ਇਹ ਖਿਆਲ ਕਰਕੇ ਦਿਲ ਵਿੱਚ ਕਹਿਣ ਲੱਗਾ, ਇਸ ਬੁੱਢੀ ਦਾ ਹਾਲ ਮਾਲੂਮ ਕਰਨਾ ਚਾਹੀਦਾ ਹੈ, ਕਿਉਂਕਿ ਇਹ ਰਾਜਿਆਂ ਦਾ ਫਰਜ਼ ਹੈ। ਇਹ ਸੋਚ ਰਾਜਾ 5 ਹਥਿਆਰ ਲਗਾ ਉਸ ਆਵਾਜ਼ ਤੇ ਚਲਾ ਗਿਆ। ਕਹਿੰਦੇ ਹਨ ਕਿ ਜਾਂਦੇ ਉਸ ਬੁੱਢੀ ਦੇ ਕੋਲ ਪਹੁੰਚਿਆ ਤੇ ਰੋਣ ਦਾ ਕਾਰਨ ਪੁੱਛਿਆ ਤਾਂ ਬੁੱਢੀ ਨੇ ਕਿਹਾ ਕਿ ਤੂੰ ਮੁਸਾਫਿਰ ਹੈ, ਤੈਨੂੰ ਮੇਰੇ ਰੋਣ ਨਾਲ ਕੀ ਕੰਮ ਹੈ। ਜਦ ਰਾਜੇ ਨੇ ਬਹੁਤ ਜ਼ਿੱਦ ਕੀਤੀ ਤਾਂ ਬੁੱਢੀ ਨੇ ਕਿਹਾ, ਜੇ ਤੂੰ ਕਿਸੇ ਨੂੰ ਕਹੇਂਗਾ ਤਾਂ ਤੂੰ ਪੱਥਰ ਦਾ ਹੋ ਜਾਵੇਂਗਾ। ਜਦ ਰਾਜੇ ਨੇ ਇਕਰਾਰ ਕੀਤਾ ਕਿ ਮੈਂ ਨਹੀਂ ਕਹਾਂਗਾ ਤਾਂ ਉਸ ਬੁੱਢੀ ਨੇ ਕਿਹਾ, ਕੱਲ ਰਾਤ ਦੇ 10 ਵਜੇ ਵਿਸ਼ਵਾਪਤੀ ਰਾਜੇ ਨੂੰ ਸੱਪ ਲੜ ਜਾਏਗਾ। ਸੋ ਇਸ ਵਾਸਤੇ ਮੈਂ ਰੋਂਦੀ ਹਾਂ ਕਿ ਅਜਿਹਾ ਧਰਮੀ ਕਿੱਥੋਂ ਮਿਲੇ। ਰਾਜਾ ਇਹ ਸੁਣ ਕੇ ਬੋਲਿਆ ਕਿ ਹੇ ਮਾਤਾ, ਇਤਨੀ ਮਿਹਰਬਾਨੀ ਕਰਕੇ ਮੈਨੂੰ ਦੱਸ ਕਿ ਉਹ ਸੱਪ ਕਿੱਥੇ ਆਵੇਗਾ। ਤਾਂ ਬੁੱਢੀ ਬੋਲੀ ਕਿ ਇੱਕ ਸ਼ਹਿਰ ਦੇ ਪੱਛਮੀ ਦਰਵਾਜ਼ੇ ਦੇ ਬਾਹਰ ਇੱਕ ਮੰਦਰ ਹੈ। ਉਸ ਕੋਲ ਇੱਕ ਪਿੱਪਲ ਦਾ ਬ੍ਰਿਕਸ਼ ਹੈ ਅਤੇ ਉਹ ਬ੍ਰਿਕਸ਼ ਦੀ ਜੜ ਵਿੱਚ ਇੱਕ ਖੁੱਡ ਹੈ। ਉਸ ਵਿੱਚੋਂ ਨਿਕਲ ਕੇ ਰਾਜੇ ਨੂੰ ਲੜੇਗਾ ਅਤੇ ਇਸ ਰਾਜਾ ਤੇ ਸੱਪ ਦਾ ਪਹਿਲੇ ਵੈਰ ਹੈ, ਸੋ ਅੱਜ ਬਦਲਾ ਲਵੇਗਾ। ਰਾਜਾ ਬੋਲਿਆ, ਹੇ ਮਾਤਾ, ਸੱਪ ਕਿਸ ਗੱਲੋਂ ਰਾਜੇ ਨਾਲ ਵੈਰ ਰੱਖਦਾ ਹੈ। ਤਾਂ ਬੁੱਢੀ ਬੋਲੀ, ਹੇ ਮੁਸਾਫਿਰ,
ਪਹਿਲੇ ਜਨਮ ਰਾਜਾ ਸ਼ਾਹੂਕਾਰ ਸੀ ਤੇ ਭੀਮਸੈਨ ਉਸ ਦਾ ਨਾਂ ਸੀ ਤੇ ਉਸ ਦੀ ਇਸਤਰੀ ਦਾ ਨਾਂ ਕੇਸਰਾ ਸੀ ਤੇ ਉਮਰ 20 ਵਰ੍ਹੇ ਦੀ ਸੀ ਅਤੇ ਬੜੀ ਸੁੰਦਰ ਸੀ। ਇੱਕ ਦਿਨ ਦੀ ਗੱਲ ਹੈ ਕਿ ਭੀਮਸੈਨ ਕਿਸੇ ਦੂਰ ਦੇਸ਼ ਸੌਦਾਗਰੀ ਵਾਸਤੇ ਗਿਆ ਅਤੇ ਉਸ ਦੀ ਇਸਤਰੀ ਘਰ ਵਿੱਚ ਰਹਿਣ ਲੱਗੀ। ਇੱਕ ਠਾਕੁਰ ਦਾ ਲੜਕਾ 15 ਵਰ੍ਹੇ ਦਾ ਸੀ। ਸੋ ਇੱਕ ਦਿਨ ਉਸ ਦੇ ਮਨ ਵਿੱਚ ਪਾਪ ਪੈਦਾ ਹੋਇਆ ਤੇ ਬੇਚੈਨ ਹੋਣ ਲੱਗੀ। ਉਸ ਦੀ ਮਰਜ਼ੀ ਠਾਕੁਰ ਦੇ ਲੜਕੇ ਤੇ ਆਈ ਅਤੇ ਲੜਕੇ ਨੂੰ ਆਪਣੇ ਪਲੰਘ ਤੇ ਬੁਲਾਇਆ ਤੇ ਕਿਹਾ ਕਿ ਅੱਜ ਮੇਰੇ ਮਨ ਨੂੰ ਬਹੁਤ ਬੇਚੈਨੀ ਹੈ। ਸੋ ਹੇ ਪਿਆਰੇ, ਅੱਜ ਤੂੰ ਮੇਰੇ ਦਿਲ ਨੂੰ ਠੰਡਾ ਕਰ। ਮੈਂ ਤੇਰੇ ਉੱਪਰ ਦਿਲ ਜਾਨ ਤੋਂ ਕੁਰਬਾਨ ਹਾਂ ਅਤੇ ਸਦਾ ਲਈ ਤੇਰੀ ਨੌਕਰ ਹੋ ਕੇ ਰਹਾਂਗੀ। ਇਹ ਗੱਲ ਕੇਸਰਾਂ ਦੀ ਸੁਣ ਕੇ ਉਹ ਲੜਕਾ ਹੱਥ ਜੋੜ ਕੇ ਬੋਲਿਆ ਕਿ ਹੇ ਸ਼ਾਹੂਕਾਰਨ, ਮੈਂ ਅਜਿਹਾ ਕਦੇ ਨਾ ਕਰਾਂਗਾ, ਕਿਉਂਕਿ ਮੈਨੇ ਵੱਡਿਆਂ ਤੋਂ ਸੁਣਿਆ ਹੈ ਕਿ ਜਿਹੜਾ ਕੋਈ ਕਿਸੇ ਨੂੰ ਖਾਣਾ ਆਦਿਕ ਦੋਵੇਂ ਅਰਥਾਤ ਪਾਲਣਾ ਕਰੇ ਤਾਂ ਉਹ ਆਦਮੀ ਉਸ ਦੇ ਮਾਤਾ ਪਿਤਾ ਸਮਾਨ ਹੁੰਦਾ ਹੈ ਅਤੇ ਜੋ ਆਦਮੀ ਆਪਣੇ ਮਾਲਕ ਨਾਲ ਬੁਰਾ ਕੰਮ ਕਰੇ ਉਹ ਜ਼ਰੂਰ ਨਰਕ ਵਿੱਚ ਜਾਂਦਾ ਹੈ। ਇਹ ਸੁਣ ਕੇ ਇਸਤਰੀ ਕਹਿਣ ਲੱਗੀ ਕਿ ਜਾਂ ਤਾਂ ਮੇਰਾ ਕਹਿਣਾ ਮੰਨ, ਨਹੀਂ ਤਾਂ ਮੈਂ ਤੈਨੂੰ ਅਜਿਹੀ ਸਜ਼ਾ ਦੇਵਾਂਗੀ ਕਿ ਯਾਦ ਕਰੇਂਗਾ। ਪਰ ਉਸ ਲੜਕੇ ਨੇ ਜ਼ਰਾ ਵੀ ਇਸ ਗੱਲ ਦਾ ਖਿਆਲ ਨਾ ਕੀਤਾ ਅਤੇ ਕਹਿੰਦੇ ਹਨ ਕਿ ਉਸ ਰਾਤ ਉਸ ਦੇ ਘਰ ਵਾਲਾ ਆ ਗਿਆ। ਜਦ ਇਸਤਰੀ ਨੇ ਆਪਣੇ ਖਾਵੰਦ ਦੀ ਆਵਾਜ਼ ਸੁਣੀ, ਘਬਰਾ ਕੇ ਕਹਿਣ ਲੱਗੀ ਕਿ ਸ਼ਾਇਦ ਇਹ ਲੜਕਾ ਮੇਰੇ ਖਾਵੰਦ ਨੂੰ ਕਹਿ ਦੇਵੇ, ਇਸ ਲਈ ਇਸ ਤੋਂ ਪਹਿਲਾਂ ਹੀ ਇਸ ਦਾ ਬੰਦੋਬਸਤ ਕਰਾਂ। ਇਹ ਸੋਚ ਕੇ ਮੰਜੀ ਲੈ ਕੇ ਪੈ ਰਹੀ ਜਦ ਉਸ ਦਾ ਪਤੀ ਘਰ ਵਿੱਚ ਆਇਆ, ਦੇਖਿਆ ਇਸਤਰੀ ਬੜੀ ਸੁਸਤ ਹੈ ਤੇ ਮੰਜੇ ਤੇ ਪਈ ਹੈ ਤਾਂ ਉਸ ਦਾ ਖਾਵੰਦ ਕਹਿਣ ਲੱਗਾ ਕਿ ਹੇ ਪਿਆਰੀ, ਅੱਜ ਤੂੰ ਸੁਸਤ ਕਿਉਂ ਹੈ? ਉਸ ਦੀ ਇਸਤਰੀ ਨੇ ਜਵਾਬ ਦਿੱਤਾ, ਚੰਗਾ ਹੋਇਆ ਜੋ ਆਪ ਆ ਗਏ, ਮੈਂ ਮਰਨ ਵਾਲੀ ਹਾਂ, ਆਪ ਆਪਣਾ ਘਰ ਸੰਭਾਲੋ। ਤਾਂ ਉਸ ਨੇ ਕਿਹਾ ਕਿ ਤੈਨੂੰ ਐਸਾ ਕਿਹੜਾ ਦੁੱਖ ਪਹੁੰਚਿਆ ਜੋ ਤੂੰ ਜਾਨ ਤੋਂ ਤੰਗ ਆਈ ਹੋਈ ਹੈ? ਤਾਂ ਅੱਗੋਂ ਇਸਤਰੀ ਬੋਲੀ ਕਿ ਦੁੱਖ ਤਾਂ ਮੈਨੂੰ ਕਿਸੇ ਕਿਸਮ ਦਾ ਨਹੀਂ, ਪਰ ਆਪ ਦਾ ਨੌਕਰ ਬੜਾ ਬੁਰਾ ਹੈ ਅਤੇ ਉਸਨੇ ਮੇਰੇ ਤੇ ਬੜਾ ਜ਼ੁਲਮ ਕੀਤਾ ਹੈ। ਤਾਂ ਮਾਲਕ ਬੋਲਿਆ, ਤੇਰੇ ਤੇ ਨੌਕਰ ਨੇ ਕੀ ਜ਼ੁਲਮ ਕੀਤਾ? ਤਾਂ ਇਸਤਰੀ ਬੋਲੀ, ਇੱਕ ਰਾਤ ਮੈਂ ਸੁੱਤੀ ਪਈ ਸੀ ਤੇ ਉਹ ਮੇਰੇ ਕੋਲ ਆ ਗਿਆ ਤੇ ਬੁਰਾ ਕੰਮ ਕਰਨ ਦੀ ਨੀਅਤ ਕਰਨ ਲੱਗਾ। ਜਦ ਮੈਂ ਰੌਲਾ ਪਾਇਆ ਤਾਂ ਉਹ ਭੱਜ ਗਿਆ ਅਤੇ ਹੇਠਾਂ ਦੇ ਸਾਰੇ ਆਦਮੀ ਇਕੱਠੇ ਹੋ ਗਏ, ਪਰ ਮੈਂ ਸ਼ਰਮ ਕਰਕੇ ਕਿਸੇ ਨੂੰ ਨਾ ਕਿਹਾ। ਇਹ ਸੁਣ ਭੀਮਸੈਨ ਨੂੰ ਬੜਾ ਗੁੱਸਾ ਆਇਆ ਅਤੇ ਕਹਿਣ ਲੱਗਾ ਕਿ ਤੂੰ ਇਤਨਾ ਰੰਜ ਫਿਕਰ ਨਾ ਕਰ, ਮੈਂ ਇਸ ਦਾ ਬਦਲਾ ਅੱਜ ਰਾਤ ਹੀ ਲਵਾਂਗਾ। ਇਹ ਕਹਿ ਕੇ ਭੀਮਸੈਨ ਦੁਕਾਨ ਤੇ ਚਲਾ ਗਿਆ। ਜਦ ਰਾਤ ਹੋਈ ਉਹ ਹੱਟੀ ਤੋਂ ਆਇਆ ਅਤੇ ਆਣ ਕੇ ਸੁੱਤੇ ਪਏ ਲੜਕੇ ਨੂੰ ਮਾਰ ਕੇ ਆਪਣੇ ਵਿਹੜੇ ਵਿੱਚ ਦਬਾ ਦਿੱਤਾ। ਸੋ ਹੇ ਮੁਸਾਫਿਰ, ਉਹ ਲੜਕਾ ਸੱਪ ਬਣਿਆ ਹੈ ਤੇ ਅੱਜ ਰਾਜੇ ਤੋਂ ਬਦਲਾ ਲਵੇਗਾ। ਤੋਤਾ ਬੋਲਿਆ, ਹੇ ਮੈਨਾ, ਉਸ ਲੜਕੇ ਨੇ ਉਸ ਇਸਤਰੀ ਦਾ ਕੀ ਵਿਗਾੜਿਆ ਸੀ ਜੋ ਉਸ ਨੂੰ ਮਰਵਾ ਦਿੱਤਾ? ਇਹ ਉਹ ਕੌਮ ਹੈ ਜਿਸ ਦੇ ਮਾਰੇ ਹਜ਼ਾਰਾਂ ਪਏ ਹਨ। ਇਹ ਉਹ ਕੌਮ ਹੈ ਜਿਸ ਦੇ ਇੱਕ ਇਸ਼ਾਰੇ ਨਾਲ ਸੈਂਕੜਿਆਂ ਦੀਆਂ ਜਾਨਾਂ ਚਲੀਆਂ ਗਈਆਂ। ਜਿੱਧਰ ਦੇਖੋ ਇਹਨਾਂ ਦੇ ਰੋਣੇ ਹੀ ਰੋਏ ਜਾਂਦੇ ਹਨ। ਈਸ਼ਵਰ ਇਸ ਬਲਾ ਤੋਂ ਸਾਰਿਆਂ ਨੂੰ ਬਚਾਵੇ, ਕਿਉਂਕਿ ਜੋ ਆਦਮੀ ਇਸ ਇਸਤਰੀ ਦੇ ਫੰਦੇ ਵਿੱਚ ਫਸਿਆ ਉਹ ਜੀਵਨ ਤੋਂ ਹੱਥ ਧੋ ਬੈਠਾ। ਹੇ ਮੈਨਾ, ਉਹ ਰਾਜਾ ਬੁੱਢੀ ਕੋਲ ਉੱਠ ਕੇ ਆਪਣੇ ਮਹਿਲਾਂ ਨੂੰ ਆਇਆ ਔਰ ਫਿਕਰ ਕਰਕੇ ਨੀਂਦਰ ਨਾ ਆਈ। ਇਤਨੇ ਵਿੱਚ ਰਾਜੇ ਦਾ ਹੱਥ ਦੂਜੀ ਜੇਬ ਵਿੱਚ ਗਿਆ ਤਾਂ ਦੂਜਾ ਕਾਗਜ਼ ਪੜ੍ਹਨ ਨਾਲ ਪਤਾ ਲੱਗਾ ਕਿ ਦੁਸ਼ਮਣ ਦੀ ਵੀ ਸੇਵਾ ਕਰਨੀ ਚਾਹੀਏ। ਇਹ ਉਸ ਕਾਗਜ਼ ਵਿੱਚ ਲਿਖਿਆ ਸੀ। ਤਾਂ ਰਾਜੇ ਦੇ ਦਿਲ ਵਿੱਚ ਖਿਆਲ ਆਇਆ ਕਿ ਬੇਸ਼ੱਕ ਬ੍ਰਾਹਮਣ ਦੀ ਇਹ ਗੱਲ ਤਾਂ ਸੱਚੀ ਨਿਕਲੀ ਹੈ, ਦੂਜੇ ਨੂੰ ਦੇਖਣਾ ਚਾਹੀਏ। ਰਾਜੇ ਨੇ ਵਜ਼ੀਰ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਹੁਣ ਇਸ ਜਗ੍ਹਾ ਤੋਂ ਫਲਾਣੀ ਜਗ੍ਹਾ ਤੱਕ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਵਿਛਾ ਦਿਓ ਅਤੇ ਗੁਲਾਬ ਆਦਿ ਛਿੜਕ ਦਿਓ ਤੇ ਮੇਰੇ ਪਲੰਘ ਦੇ ਹੇਠਾਂ ਦੁੱਧ ਵਿੱਚ ਮਿੱਠਾ ਪਾ ਕੇ ਖੁਸ਼ਬੂ ਮਿਲਾ ਕੇ ਰੱਖੋ। ਆਖਣ ਦੀ ਦੇਰੀ ਸੀ ਕਿ ਝੱਟ ਇੰਤਜ਼ਾਮ ਹੋਇਆ ਤਾਂ ਰਾਜਾ ਸੱਪ ਦੇ ਆਉਣ ਦੀ ਉਡੀਕ ਕਰਨ ਲੱਗਾ। ਜਦ ਵੇਲਾ ਹੋਇਆ ਉਸ ਵੇਲੇ ਸੱਪ ਆਪਣੀ ਖੁੱਡ ਵਿੱਚੋਂ ਨਿਕਲ ਕੇ ਤੁਰਿਆ, ਪਰ ਫਲਾਂ ਪਰ ਟੁਰਨ ਤੇ ਖੁਸ਼ਬੂ ਸੁੰਘਣ ਨਾਲ ਸੱਪ ਬੜਾ ਖੁਸ਼ ਹੋਇਆ। ਜਦ ਸੱਪ ਪਲੰਘ ਦੇ ਹੇਠਾਂ ਗਿਆ, ਉੱਥੇ ਦੁੱਧ ਰੱਖਿਆ ਦੇਖਿਆ, ਪੀ ਕੇ ਬੜਾ ਖੁਸ਼ ਹੋਇਆ ਅਤੇ ਰਾਜੇ ਦੇ ਲੜਨ ਤੋਂ ਰਹਿ ਗਿਆ। ਇਹ ਸੋਚਣ ਲੱਗਾ ਕਿ ਜਿਹੇ ਉਪਕਾਰੀਆਂ ਨਾਲ ਬਦੀ ਕਰਨੀ ਚੰਗੀ ਨਹੀਂ। ਇਤਨਾ ਜ਼ਰੂਰ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਰਾਜੇ ਨੂੰ ਪਤਾ ਜ਼ਰੂਰ ਕਰਾ ਦਿਆਂ ਕਿ ਮੈਨੇ ਤੇਰੀ ਇਸ ਖਾਤਰ ਤੋਂ ਖੁਸ਼ ਹੋ ਕੇ ਬਦਲੇ ਤੇ ਨਹੀਂ ਕੱਟਿਆ। ਸੱਪ ਰਾਜੇ ਕੋਲ ਆਇਆ। ਰਾਜੇ ਦੇ ਵਜ਼ੀਰ ਨੇ ਸੱਪ ਨੂੰ ਮਾਰਨਾ ਚਾਹਿਆ,
ਪਰ ਰਾਜੇ ਨੇ ਮਾਰਨ ਤੋਂ ਮਨਾ ਕਰ ਦਿੱਤਾ ਤੇ ਰਾਜੇ ਨੇ ਹੱਥ ਅੱਗੇ ਵਧਾਇਆ ਕਿ ਤੂੰ ਆਪਣਾ ਬਦਲਾ ਲੈ ਲੈ। ਸੱਪ ਨੇ ਨਾ ਕਰ ਦਿੱਤੀ ਕਿ ਮੈਂ ਅਜਿਹੇ ਉਪਕਾਰੀਆਂ ਕੋਲੋਂ ਬਦਲਾ ਨਹੀਂ ਲੈਂਦਾ ਅਤੇ ਇਹ ਕਹਿ ਕੇ ਸੱਪ ਚਲਾ ਗਿਆ। ਇਹ ਦੇਖ ਸਾਰੇ ਆਦਮੀ ਹੈਰਾਨ ਹੋਏ, ਪਰ ਰਾਜੇ ਨੇ ਹਾਲ ਕਿਸੇ ਨੂੰ ਨਾ ਦੱਸਿਆ। ਜਦ ਰਾਣੀ ਨੇ ਇਹ ਗੱਲ ਸੁਣੀ, ਸ਼ੋਕ ਵਧਿਆ ਅਤੇ ਰਾਜੇ ਨੂੰ ਬੁਲਾकर ਹਾਲ ਪੁੱਛਿਆ। ਰਾਜੇ ਨੇ ਪਹਿਲਾਂ ਤਾਂ ਨਾ ਕਰ ਦਿੱਤੀ ਔਰ ਕਿਹਾ, ਮੈਂ ਬਿਲਕੁਲ ਤੇਰਾ ਕਿਹਾ ਨਾ ਮੰਨਾਂਗਾ, ਭਾਵੇਂ ਤੂੰ ਕਿੰਨੀ ਹੀ ਜ਼ਿੱਦ ਕਰ ਲੈ। ਪਰ ਅਖੀਰ ਰਾਣੀ ਦੇ ਬਹੁਤ ਪਿੱਛੇ ਪੈਣ ਤੇ ਪਹਿਲਾਂ ਤਾਂ ਉਸ ਨੂੰ ਬਹੁਤ ਸਮਝਾਇਆ ਔਰ ਕਿਹਾ, ਅਫਸੋਸ ਹੈ, ਜੇ ਮੈਂ ਹਾਲ ਕਿਸੇ ਨੂੰ ਦੱਸਾਂਗਾ ਤਾਂ ਪੱਥਰ ਦਾ ਹੋ ਜਾਵਾਂਗਾ। ਇਸ ਵਾਸਤੇ ਤੈਨੂੰ ਨਹੀਂ ਪੁੱਛਣਾ ਚਾਹੀਦਾ। ਪਰ ਫਿਰ ਵੀ ਰਾਣੀ ਜ਼ਿੱਦ ਤੇ ਰਹੀ ਤੇ ਰਾਜੇ ਨੇ ਬੜਾ ਸਮਝਾਇਆ। ਜਦ ਦੇਖਿਆ ਕਿ ਰਾਣੀ ਮਰਨ ਤੇ ਤਿਆਰ ਹੈ ਤਾਂ ਰਾਜੇ ਨੇ ਦੱਸਣ ਦਾ ਇਕਰਾਰ ਕੀਤਾ। ਕਿੱਸਾ ਕੀ, ਚਲ ਗੰਗਾ ਕਿਨਾਰੇ ਦੱਸਾਂਗਾ, ਕਿਉਂਕਿ ਮੈਂ ਪੱਥਰ ਦਾ ਹੋ ਜਾਵਾਂਗਾ ਔਰ ਇਹ ਹਾਲ ਸਾਰਿਆਂ ਨੂੰ ਪਤਾ ਹੋ ਜਾਵੇ। ਬਹੁਤ ਆਦਮੀਆਂ ਨੇ ਰਾਜੇ ਨੂੰ ਇਸ ਗੱਲ ਤੋਂ ਸਮਝਾਇਆ, ਪਰ ਰਾਜੇ ਨੂੰ ਰਾਣੀ ਦਾ ਕਿਹਾ ਮਨਜ਼ੂਰ ਸੀ। ਇਸ ਵਾਸਤੇ ਉਸਨੇ ਕਿਸੇ ਦੀ ਨਾ ਮੰਨੀ। ਉੱਧਰ ਰਾਣੀ ਨੂੰ ਵਜ਼ੀਰ ਨੇ ਸਮਝਾਇਆ ਕਿ ਜਦ ਤੇਰਾ ਖਵੰਦ ਪੱਥਰ ਦਾ ਹੋ ਜਾਵੇਗਾ ਤਾਂ ਤੂੰ ਕੀ ਕਰੇਂਗੀ? ਹੋ ਸਕਦਾ ਹੈ ਇਹਨਾਂ ਪਿੱਛੋਂ ਕੋਈ ਦੂਜਾ ਗੱਦੀ ਤੇ ਬੈਠੇ ਔਰ ਤੈਨੂੰ ਦੁੱਖ ਦੇਵੇ। ਇਸ ਤੋਂ ਚੰਗਾ ਹੈ ਕਿ ਤੂੰ ਇਸ ਜ਼ਿੱਦ ਤੋਂ ਹਟ ਜਾ। ਪਰ ਰਾਣੀ ਨੇ ਕਿਸੇ ਦੀ ਗੱਲ ਨਾ ਮੰਨੀ ਔਰ ਕਹਿਣ ਲੱਗੀ ਕਿ ਜਦ ਤੱਕ ਮੈਂ ਇਹ ਰਾਜੇ ਕੋਲੋਂ ਨਾ ਸੁਣਾਂਗੀ ਕਦੀ ਨਹੀਂ ਰਹਾਂਗੀ। ਆਖਰ ਵਜ਼ੀਰ ਨੇ ਰਾਣੀ ਨੂੰ ਕਿਹਾ ਕਿ ਮੈਨੂੰ ਇੱਕ ਕਹਾਣੀ ਯਾਦ ਆਈ ਹੈ, ਧਿਆਨ ਨਾਲ ਸੁਣੋ।